ਧੰਨ ਸਤਿਕਾਰ ਗੁਰੂ ਜੀ ਦੀ ਸਾਜੀ ਤੇ ਨਿਵਾਜੀ ਵਿਸ਼ਾਲ ਸੰਗਤ, ਜਿਤਨੇ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋ, ਸਾਰੇ ਆਪੋ ਆਪਣੇ ਮਨਾਂ ਨੂੰ ਹਾਜ਼ਰ ਕਰਕੇ ਇੱਕ ਵਾਰੀ ਰਸਨਾ ਨੂੰ ਕਰੋ ਪਵਿੱਤਰ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪ ਜੀ ਨੇ ਨੰਨੇ ਮੁੰਨੇ ਬੱਚਿਆਂ ਤੋਂ ਬਹੁਤ ਹੀ ਪਿਆਰਾ ਗੁਰ ਇਤਿਹਾਸ ਸਰਵਣ ਕੀਤਾ ਹੈ। ਕੁਦਰਤੀ ਗੱਲ ਹੈ, ਜਦੋਂ ਇਤਨੇ ਛੋਟੇ ਬੱਚੇ ਕੀਰਤਨ ਜਾਂ ਸੰਗੀਤ ਢਾਡੀ ਪਣਾ ਜੋ ਇਹਨਾਂ ਨੇ ਕੀਤਾ ਹੈ, ਇਹ ਤਾਂ ਇਸ ਤੋਂ ਵੀ ਔਖਾ ਹੈ, ਕੀਰਤਨ ਨੂੰ ਵੀ ਔਖਾ ਹੈ। ਇਸ ਉਮਰ ਵਿੱਚ ਤਾਂ ਸੁਰ ਗਿਆਨ ਹੀ ਨਹੀਂ ਹੁੰਦਾ ਪਹਿਲਾਂ ਬੱਚਿਆਂ ਨੂੰ। ਸੋ ਉਹਨਾਂ ਬੱਚਿਆਂ ਤੋਂ ਇਹ ਜਿਹੜੇ ਸੰਗੀਤ ਹੈ, ਕੋਈ ਕਲਾ ਹੈ, ਇਹ ਮਹਾਰਾਜ ਦੀ ਇਹ ਵੀ ਕਿਰਪਾ ਹੈ ਜਿਹਦੇ 'ਤੇ ਹੁੰਦੀ ਹੈ। ਸੋ ਇਹਨਾਂ ਬੱਚਿਆਂ ਤੋਂ ਗੁਰੂ ਇਤਿਹਾਸ ਸਰਵਣ ਕੀਤਾ ਹੈ। ਹੋਰ ਥੋੜ੍ਹਾ ਸਮਾਂ ਆਪਾਂ ਇਸੇ ਤਰ੍ਹਾਂ ਹੀ ਸਤਸੰਗ ਕਰਨਾ ਹੈ। ਮੈਂ ਬੇਨਤੀ ਕਰੂੰਗਾ, ਜਿਤਨੇ ਮਾਈ ਅਤੇ ਭਾਈ ਬੈਠੇ ਹਨ ਗੁਰੂ ਦੇ ਚਰਨਾਂ ਵਿੱਚ, ਸਾਰੇ ਹੀ ਆਪਣੀ ਰਚਨਾ ਨੂੰ ਪਵਿੱਤਰ ਕਰਨ। ਪਹਿਲਾਂ ਦਾਸ ਬੋਲੇ, ਫਿਰ ਸਾਰੇ ਭਾਈ, ਫਿਰ ਤੀਸਰੇ ਸਾਰੀਆਂ ਬੀਬੀਆਂ। ਆਓ ਕਰੋ ਸਾਰੇ ਰਚਨਾ ਨੂੰ ਪਵਿੱਤਰ। ਵਾਹਿਗੁਰੂ ਜੀ ਮੁਖ ਉਚਰੇ ਸ਼ਸਤਰ ਖਟ, ਡਿੰਗ ਗਿਰਨ ਚੜ ਜਾਏ, ਅੰਧ ਲਖੇ ਬਦਰੋ ਸੁਨੋ, ਅੰਧ ਲਖੇ ਬਦਰੋ ਸੁਨੋ, ਜੋ ਕਾਲ ਕਿਰਪਾ ਕਰਾਏ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿਤ ਨੂੰ ਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿਤ ਨੂੰ ਕਾਗਰ ਕਰਕੇ। ਹਾਂ ਭਾਈ, ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿਤ ਨੂੰ ਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿਤ ਨੂੰ ਕਾਗਰ ਕਰਕੇ। ਕਰਕੇ ਪਿਆਰਿਓ, ਚਿਤ ਨੂੰ ਕਾਗਰ ਕਰਕੇ ਪਿਆਰਿਓ। ਸਾਰੇ ਭਾਈ ਗੱਜ ਵੱਜ ਕੇ ਬੋਲੋ। ਹਾਂ, ਚਿਤ ਨੂੰ ਕਾਗਰ ਕਰਕੇ ਪਿਆਰਿਓ, ਚਿਤ ਨੂੰ ਕਾਗਰ ਕਰਕੇ ਪਿਆਰਿਓ। ਵਾਹਿਗੁਰੂ ਦਾ ਪਿਆਰਿਓ, ਚਿਤ ਨੂੰ ਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ
ਪਿਆਰਿਓ ਚਿਤ ਨੂੰ ਕਾਗਰ ਕਰਕੇ। ਆਓ ਸਾਧ ਸੰਗਤ ਜੀ, ਆਪਣੇ ਸਮੇਂ ਨੂੰ ਸਫਲਾ ਕਰਦੇ, ਰਸਨਾ ਨੂੰ ਪਵਿੱਤਰ ਕਰਦੇ। ਗੁਰੂ ਜੀ ਕਹਿੰਦੇ ਹੈ, ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਗੁਰੂ ਘਰ ਦੇ ਵਿੱਚ ਸਭ ਤੋਂ ਉੱਤਮ ਸੇਵਾ ਅਤੇ ਸਿਮਰਨ ਹੈ। ਸਭ ਤੋਂ ਵੱਡੀ ਸੇਵਾ ਨੂੰ ਮਹਾਤਮ ਦਿੱਤਾ ਹੈ। ਸੇਵਾ ਦੇ ਨਾਲ ਸੇਵਾ ਇੱਕ ਤਾਂ ਕਰਨੀ ਸੌਖੀ ਹੈ। ਪਾਠ ਕਰਦਿਆਂ, ਨਿਤਨੇਮ ਕਰਦਿਆਂ, ਭਜਨ ਕਰਦਿਆਂ ਬੜਾ ਔਖਾ ਕੰਮ ਹੈ। ਸੇਵਾ ਕਰਨ ਦੇ ਨਾਲ ਮਨ ਦੀ ਸ਼ੁੱਧੀ ਹੋ ਜਾਂਦੀ ਹੈ। ਹੱਥ ਪੈਰ ਪਵਿੱਤਰ ਹੁੰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ, ਬਿਨ ਸੇਵਾ ਤ੍ਰਿਗ ਹੱਥ ਪੈਰ ਉਹ ਨਿਫਲ ਕਰ। ਸੇਵਾ ਤੋਂ ਬਿਨਾਂ ਇਹ ਜਿਹੜਾ ਮਾਨਸ ਜਨਮ ਹੈ, ਇਹ ਤਰਕਾਰ ਹੈ। ਇੱਕ ਦਫਾ ਦੀ ਗੱਲ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਬਾਰ ਲੱਗਿਆ ਹੈ। ਗੁਰੂ ਜੀ ਨੇ ਪਾਣੀ ਮੰਗਿਆ। ਇੱਕ ਬਹੁਤ ਹੀ ਉੱਚੇ ਘਰ ਦਾ ਲੜਕਾ, ਬੜਾ ਸੋਹਣਾ ਤੇ ਸੁਨੱਖਾ, ਜਿਸ ਨੇ ਕਦੇ ਆਪਣੇ ਘਰੇ ਪਾਣੀ ਵੀ ਆਪ ਨਹੀਂ ਭਰ ਕੇ ਪੀਤਾ, ਉਹ ਉੱਠਿਆ, ਉੱਠ ਕੇ ਪਾਣੀ ਲਿਆਇਆ, ਹਜ਼ੂਰ ਦੇ ਸੰਗ ਕੀਤਾ ਪਾਣੀ। ਗੁਰੂ ਜੀ ਨੇ ਦੇਖਿਆ ਵੀ ਬਹੁਤ ਕੋਮਲ ਹੱਥਾਂ ਵਾਲਾ, ਇੰਜ ਲੱਗਦਾ ਹੈ, ਇੰਜ ਪ੍ਰਤੀਤ ਹੁੰਦਾ ਹੈ ਵੀ ਇਸ ਨੇ ਕਦੇ ਸੇਵਾ ਨਹੀਂ ਕੀਤੀ, ਕਦੇ ਕੰਮ ਨਹੀਂ ਕੀਤਾ। ਆਖਣ ਲੱਗੇ, ਕਾਕਾ ਤੂੰ ਕਿੱਥੋਂ ਆ, ਤੇਰਾ ਨਾਮ ਕੀ ਆ, ਸਾਰਾ ਪੁੱਛਿਆ। ਆਖਣ ਲੱਗੀ, ਕੰਮ ਕੀ ਕਰਦਾ ਹੈ? ਆਖਣ ਲੱਗਿਆ, ਮਹਾਰਾਜ ਮੈਂ ਕੰਮ ਕੋਈ ਨਹੀਂ ਕਰਦਾ, ਮੈਂ ਬਹੁਤ ਹੀ ਅਮੀਰ ਘਰ ਦਾ ਲੜਕਾ ਹਾਂ। ਅੱਜ ਪਹਿਲਾ ਦਿਨ ਹੈ ਕਿ ਮੈਂ ਆਪਦੇ ਹੱਥਾਂ ਦੇ ਨਾਲ ਤੁਹਾਨੂੰ ਪਾਣੀ ਪਿਲਾ ਰਿਹਾ। ਗੁਰੂ ਜੀ ਨੇ ਉਹ ਪਾਣੀ ਡੋਲ ਦਿੱਤਾ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਪਾਣੀ ਮੰਗਿਆ, ਫਿਰ ਡੋਲ ਦਿੱਤਾ, ਕੀ ਗੱਲ ਹੈ? ਗੁਰੂ ਜੀ ਆਖਣ ਲੱਗੇ, ਤੁਸੀਂ ਮੁਰਦੇ ਦੇ ਹੱਥੋਂ ਪਾਣੀ ਪੀ ਲਵੋਗੇ ਜਿਹੜਾ ਮੁਰਦਾ ਹੈ? ਆਖਣ ਲੱਗੇ, ਨਹੀਂ, ਆਪਾਂ ਮੁਰਦਾ ਫੂਕ ਕੇ ਆਉਂਦੇ ਹਾਂ। ਇੱਥੇ ਦਾ ਸਿਸਟਮ ਦਾ ਪਤਾ ਨਹੀਂ ਕੀ ਸਿਸਟਮ ਹੈ। ਉੱਥੇ ਇੰਡੀਆ 'ਚ ਮੁਰਦਾ ਫੂਕ ਕੇ ਆਉਂਦੇ ਤਾਂ ਇਸ਼ਨਾਨ ਕਰਦੇ ਨੇ ਕਈ ਪ੍ਰੇਮੀ, ਕਈ ਹੱਥ ਪੈਰ ਧੋਂਦੇ ਹਨ ਘਰੇ ਬਣਨ ਤੋਂ ਪਹਿਲਾਂ, 5 ਇਸ਼ਨਾਨਾਂ ਕਰਦੇ ਹਨ। ਆਖਣ ਲੱਗਿਆ, ਮੈਂ ਮੁਰਦੇ ਦੇ ਹੱਥੋਂ ਪਾਣੀ ਕਿਵੇਂ ਪੀ ਲਵਾਂ? ਆਖਣ ਲੱਗੇ, ਤਾਂ ਮੁਰਦਾ ਨਹੀਂ ਹੈ ਜੀ। ਕਹਿੰਦੇ, ਮੁਰਦਾ ਨਹੀਂ ਤਾਂ ਹੋਰ ਕੀ ਹੈ? ਇਸ ਨੇ ਕਦੇ ਗੁਰੂ ਘਰ ਦੀ ਸੇਵਾ ਨਹੀਂ ਕੀਤੀ, ਕਦੇ ਜੋੜੇ ਨਹੀਂ ਝਾੜੇ, ਕਦੇ ਲੰਗਰ ਦੇ ਭਾਂਡੇ ਨਹੀਂ ਮਾਂਜੇ, ਕਦੇ ਝਾੜੂ ਨਹੀਂ ਫੇਰਿਆ, ਕਦੇ ਗੁਰੂ ਘਰ ਆ ਕੇ ਪੋਚਾ ਨਹੀਂ ਲਾਇਆ, ਕੋਈ ਹੋਰ ਸੇਵਾ ਨਹੀਂ ਕੀਤੀ, ਲੱਕੜਾਂ ਨਹੀਂ ਲਿਆ ਕੇ ਵੱਢ ਕੇ ਲਿਆਇਆ ਲੰਗਰ ਲਈ, ਕਿਸੇ ਕਿਸਮ ਦੀ ਸੇਵਾ ਨਹੀਂ ਕੀਤੀ। ਇਹ ਤਾਂ ਮੁਰਦਾ ਹੈ। ਪੜੋ ਸਾਰੇ ਧਾਰਨਾ। ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ।
ਉਹ ਹੱਥ ਪੈਰ ਕਹਿੰਦੇ ਮੁਰਦਾ ਹੱਥ ਨੇ, ਜਿਨ੍ਹਾਂ ਨੇ ਕਦੇ ਆ ਕੇ ਸੇਵਾ ਨਹੀਂ ਕੀਤੀ। ਸੇਵਾ ਦੇ ਨਾਲ ਮਨ ਬਹੁਤ ਛੇਤੀ ਸ਼ੁੱਧ ਹੁੰਦਾ ਹੈ। ਜਿਹੜਾ ਸੇਵਾ ਕਰਦਾ ਹੈ ਸ਼ਰਧਾ ਭਾਵਨਾ ਦੇ ਨਾਲ, ਨਿਰਚਿਤ ਹੋ ਕੇ ਸੇਵਾ ਕਰਦਾ ਹੈ, ਉਹਦੇ ਮਨ ਦੀ ਸ਼ੁੱਧੀ ਬਹੁਤ ਛੇਤੀ ਹੁੰਦੀ ਹੈ। ਭਗਤ ਜੀ ਹੋਰ ਕਹਿੰਦੇ ਹਨ, ਜਹ ਕਰ ਸਾਧਨ ਸੇਵੀਏ ਹਰ ਕੀ ਪੂਜਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਵਸੇ ਤਨ ਮਾਹੇ। ਭਗਤ ਜੀ ਨੂੰ ਆਖਣ ਲੱਗੇ ਪ੍ਰੇਮੀ, ਕਹਿੰਦੇ ਜੀ ਭੂਤ ਕਿਹਨਾਂ ਨੂੰ ਕਹਿੰਦੇ ਨੇ? ਭੂਤ ਕੌਣ ਹਨ? ਭਗਤ ਜੀ ਕਹਿੰਦੇ ਇੱਕ ਤਾਂ ਮਰ ਕੇ ਭੂਤ ਬਣਦੇ ਨੇ, ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮ੍ਰਿਗਾਜ। ਇੱਕ ਕਹਿੰਦੇ ਜਿਉਂਦੇ ਹੀ ਭੂਤ ਨੇ, ਉਹ ਕਹਿੰਦੇ ਕਿਹੜੇ ਨੇ? ਜਹ ਕਰ ਸਾਧ ਨ ਸੇਵੀਏ, ਕਦੇ ਸੰਤ ਦੀ ਸੇਵਾ ਨਹੀਂ ਕੀਤੀ, ਗੁਰਮੁਖ ਪਿਆਰੇ ਦੀ, ਕਦੇ ਸਾਧ ਸੰਗਤ ਦੇ ਚਰਨ ਨਹੀਂ ਪਵਾਏ ਘਰ, ਕਦੇ ਗੁਰੂ ਦੇ ਚਰਨ ਨਹੀਂ ਪਵਾਏ, ਕਦੇ ਸੰਗਤ ਦੀ ਸੇਵਾ ਨਹੀਂ ਕੀਤੀ, ਕਦੇ ਗੁਰੂ ਦੀ ਸੇਵਾ ਨਹੀਂ ਕੀਤੀ। ਜਹ ਕਰ ਸਾਧਨ ਸੇਵੀਏ ਹਰ ਕੀ ਪੂਜਾ ਨਾਹੀ, ਤੇਹ ਕਰ ਮਰਹਟ ਸਾਰਖੇ ਭੂਤ ਵਸੇ ਤਨ ਮਾਹੇ। ਕਹਿੰਦੇ ਉਹ ਘਰ ਮੜੀਆਂ ਮਸਾਣਾਂ ਦੇ ਤੁੱਲ ਹੈ, ਜਿੱਥੇ ਕਦੇ ਸਤਸੰਗ ਨਹੀਂ ਹੋਇਆ, ਕਦੇ ਪਾਠ ਨਹੀਂ ਹੋਇਆ, ਬਾਣੀ ਦਾ ਜਾਪ ਨਹੀਂ ਹੋਇਆ। ਔਰ ਰਹਿਣ ਵਾਲੇ ਕੌਣ ਨੇ ਉਹਦੇ ਵਿੱਚ? ਭੂਤ ਅਤੇ ਭੂਤਣੀਆਂ। ਇੰਜ ਪੜੋ ਸਾਰੇ। ਭੂਤ ਲੋਕ ਨੇ ਜਿਹੜੇ ਨਾਮ ਨਹੀਂ ਜਾਪੂ ਦੇ, ਭੂਤ ਲੋਕ ਨੇ ਜਿਹੜੇ ਨਾਮ ਨਹੀਂ ਜਾਪੂ ਦੇ। ਅਰਜਨ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਕਰਵਾ ਰਹੇ ਹਨ। ਬਹੁਤ ਸਾਰੀਆਂ ਇਮਾਰਤਾਂ ਬਣ ਚੁੱਕੀਆਂ ਨੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਇਮਾਰਤਾਂ ਬਹੁਤ ਬਣ ਗਈਆਂ ਨੇ, ਲੱਕੜ ਦੀ ਜ਼ਰੂਰਤ ਹੈ, ਕਿਸੇ ਸਿੱਖ ਦੀ, ਕਿਸੇ ਸੇਵਕ ਦੀ ਸੇਵਾ ਲਾਓ, ਲੱਕੜ ਆਈਏ ਲਿਆਂਦੀ ਜਾਵੇ ਜੋੜੀਆਂ ਆਦਿਕ ਲਈ। ਜਿਸ ਵਕਤ ਇਹ ਬੇਨਤੀ ਕੀਤੀ ਪੰਜਵੇਂ ਪਾਤਸ਼ਾਹ ਦੇ ਪਾਸ, ਭਾਈ ਸਾਹਿਬ ਭਾਈ ਕਲਿਆਣਾ ਜੀ ਗੁਰੂ ਜੀ ਨੂੰ ਪ੍ਰਸ਼ਾਦਾ ਛਕਾ ਰਹੇ ਸਨ। ਗੁਰੂ ਜੀ ਨੇ ਪ੍ਰਸ਼ਾਦਾ ਛਕਿਆ, ਹੱਥ ਦਬਾਏ, ਚੂੜਾ ਪੜਿਆ। ਜਿਹੜੇ ਹੱਥਾਂ ਦੇ ਨਾਲ ਜਿਹੜੇ ਹੱਥ ਸਾਫ਼ ਕੀਤੇ ਜਿਸ ਰੁਮਾਲ ਦੇ ਨਾਲ, ਉਹ ਰੁਮਾਲ ਗੁਰੂ ਜੀ ਨੇ ਉਹ ਸਿੱਖ ਦੇ ਝੋਲੀ ਵਿੱਚ ਪਾਇਆ ਜਿਸ ਸਿੱਖ ਨੇ ਪ੍ਰਸ਼ਾਦਾ ਛਕਾਇਆ ਸੀ, ਭਾਈ ਸਾਹਿਬ ਭਾਈ ਕਲਿਆਣਾ ਜੀ। ਅਤੇ ਹੁਕਮ ਕੀਤਾ, ਜਾਓ ਭਾਈ ਸਾਹਿਬ ਸੰਕੇਤ ਮੰਡੀ, ਜਿਸ ਨੂੰ ਅੱਜ ਸੁੰਦਰ ਨਗਰ ਆਖਿਆ ਜਾਂਦਾ ਹੈ, ਹਿਮਾਚਲ ਪ੍ਰਦੇਸ਼ ਵਿੱਚ ਪੈਂਦਾ ਹੈ, ਜ਼ਿਲ੍ਹਾ ਬਣਿਆ ਹੋਇਆ ਅੱਜ ਕੱਲ੍ਹ। ਜਿਹੜੇ ਸੱਜਣ ਪ੍ਰੇਮੀ ਹੇਮਕੁੰਟ ਮਨੀਕਰਨ ਸਾਹਿਬ ਜਾਂ ਕੁੱਲੂ ਮਨਾਲੀ ਜਾਂਦੇ ਹਨ, ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ। ਬਿਲਕੁਲ ਸੜਕ ਦੇ ਉੱਪਰ ਹੈ ਸੁੰਦਰ ਨਗਰ। ਉਸ ਨੂੰ ਉਸ ਵੇਲੇ ਸੰਕੇਤ ਮੰਡੀ ਆਖਿਆ ਜਾਂਦਾ ਸੀ। ਵੀ ਜਾਓ, ਸੰਕੇਤ ਮੰਡੀ ਦਾ ਰਾਜਾ ਹਰੀਸੈਨ ਹੈ, ਉਸ ਤੋਂ ਆਪਾਂ ਇਸ ਗੁਰੂ ਘਰ ਲਈ ਸੇਵਾ ਲੈਣੀ ਹੈ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਕੁਝ ਨਹੀਂ ਹਾਂ ਕਿਸੇ ਤੋਂ ਸੇਵਾ ਲੈਣ ਵਾਲਾ।
ਸੇਵਾ ਲੈ ਸਕਾਂਗਾ ਜੇ ਤੁਸੀਂ ਮੇਰੀ ਇੱਕ ਬੇਨਤੀ ਮੰਨੋਗੇ। ਕਿ ਇਸ ਤਰ੍ਹਾਂ ਸਿੱਖ ਗੁਰੂ ਦੇ ਅੱਗੇ ਬੇਨਤੀ ਕਰਦਾ ਹੈ, ਮੇਰੇ ਅੰਗ ਸੰਗ ਰਹਿਣਾ ਜੀ, ਦਾਤਿਆ ਇਹੋ ਬੇਨਤੀ ਮੇਰੀ। ਮੇਰੇ ਅੰਗ ਸੰਗ ਰਹਿਣਾ ਜੀ, ਦਾਤਿਆ ਇਹੋ ਬੇਨਤੀ ਮੇਰੀ। ਸੰਗ ਰਹਿਣਾ ਜੀ, ਦਾਤਿਆ ਇਹੋ ਬੇਨਤੀ ਮੇਰੀ। ਮੇਰੇ ਅੰਗ ਸੰਗ ਰਹਿਣਾ ਜੀ, ਦਾਤਿਆ ਇਹੋ ਬੇਨਤੀ ਮੇਰੀ। ਸਿੱਖ ਨੇ ਬੇਨਤੀ ਕੀਤੀ। ਗੁਰੂ ਜੀ ਆਖਣ ਲੱਗੇ, ਕੋਈ ਨਹੀਂ, ਜਦੋਂ ਤੁਹਾਨੂੰ ਲੋੜ ਪਵੇ ਇਹ ਜੋ ਰੁਮਾਲ ਦਿੱਤਾ ਹੈ ਉਸ ਵੇਲੇ ਇਸ ਨੂੰ ਵਰਤਣਾ ਹੈ। ਸਤ ਵਚਨ ਆਖੇ ਸਿੱਖ ਨੇ ਚਾਲੇ ਪਾ ਦਿੱਤੇ ਸੰਕੇਤ ਮੰਡੀ। ਤੁਰ ਕੇ ਹੌਲੀ ਹੌਲੀ ਸੰਕੇਤ ਮੰਡੀ ਸ਼ਹਿਰ ਵਿੱਚ ਪਹੁੰਚ ਜਾਂਦਾ ਹੈ। ਜਾ ਕੇ ਕੀ ਦੇਖਦਾ ਹੈ ਕਿ ਜਿਸ ਕਿਸੇ ਨੂੰ ਤੱਕਦਾ ਹੈ ਸ਼ਹਿਰ ਵਿੱਚ, ਉਹਦਾ ਚਿਹਰਾ ਮੁਰਝਾਇਆ ਹੈ, ਚਿਹਰਾ ਸੋਗ ਵਿੱਚ ਹੈ, ਗਮ ਵਿੱਚ ਹੈ। ਕਿਉਂਕਿ ਚਿਹਰਾ ਇੱਕ ਮੀਟਰ ਹੈ। ਜੇ ਸਾਡੇ ਅੰਦਰ ਖੁਸ਼ੀ ਹੈ ਤਾਂ ਚਿਹਰੇ ਤੋਂ ਪਤਾ ਲੱਗ ਜਾਂਦਾ ਇਹ ਬੰਦਾ ਖੁਸ਼ ਹੈ। ਜੇ ਸਾਡੇ ਅੰਦਰ ਗਮ ਹੈ ਤਾਂ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹਦੇ ਅੰਦਰ ਕੋਈ ਗਮ ਹੈ, ਕੋਈ ਸੋਗ ਹੈ। ਇਸ ਤਰ੍ਹਾਂ ਗੁਰੂ ਦਾ ਸਿੱਖ ਜਿਸ ਕਿਸੇ ਨੂੰ ਦੇਖਦਾ ਹੈ ਉਸ ਦਾ ਚਿਹਰਾ ਮੁਰਝਾਇਆ ਹੈ। ਇੱਕ ਪ੍ਰੇਮੀ ਨੂੰ ਪੁੱਛਣਾ ਕੀਤਾ ਵੀ ਮੈਂ ਜਿਸ ਕਿਸੇ ਨੂੰ ਤੱਕਿਆ ਹੈ ਉਸ ਦਾ ਚਿਹਰਾ ਮੁਰਝਾਇਆ ਹੈ, ਕੀ ਕਾਰਨ ਹੈ? ਉਸ ਨੇ ਆਖਿਆ, ਕਾਰਨ ਇਹ ਹੈ, ਸਾਡੇ ਸ਼ਹਿਰ ਦਾ ਜੋ ਬਾਦਸ਼ਾਹ ਹੈ, ਰਾਜਾ ਹਰੀ ਸੈਨ, ਉਸ ਦਾ ਇੱਕੋ ਇੱਕ ਪੁੱਤਰ ਹੈ ਜਿਸ ਨੂੰ ਭਿਆਨਕ ਬਿਮਾਰੀ ਲੱਗ ਗਈ ਹੈ, ਜਿਸ ਬਾਰੇ ਗੁਰਬਾਣੀ ਅੰਦਰ ਕਥਨ ਕੀਤਾ ਹੈ, ਅਸਾਧ ਰੁਗ ਉਪਜੋ ਤਨ ਭੀਤਰ, ਟਰਤ ਨ ਕਾਹੂ ਟਾਰਿ। ਅਸਾਧ ਰੋਗੀ ਹੋ ਗਿਆ ਹੈ। ਜਿਹੜੇ ਲੋਕ ਆਯੁਰਵੈਦਿਕ ਦੇ ਗਿਆਤਾ ਹਨ, ਜਾਣਦੇ ਹਨ, ਉਹਨਾਂ ਨੂੰ ਪਤਾ ਵੀ ਅਸਾਧ ਕਿਹਨੂੰ ਕਹਿੰਦੇ ਹਨ। ਆਦ ਹੈ, ਵਿਆਦ ਹੈ, ਪਾਦ, ਇੱਕ ਤਾਂ ਤਿੰਨ ਤਾਪ ਹਨ। ਇੱਕ ਬਾਤ ਹੈ, ਇੱਕ ਪਿੱਤ ਹੈ, ਇੱਕ ਕਫ ਹੈ। ਬਾਤ, ਪਿੱਤ, ਕਫ ਤਿੰਨੇ ਇਕੱਠੇ ਹੋ ਜਾਣ ਉਹਨੂੰ ਤਰਦੋਸ਼ ਕਹਿੰਦੇ ਹਨ। ਇਸ ਨੂੰ ਤਰਦੋਸ਼ ਦਾ ਰੋਗ ਹੋ ਗਿਆ, ਅਸਾਧ ਰੋਗ ਹੋ ਗਿਆ। ਬੜੇ ਯਤਨ ਕੀਤੇ ਨੇ ਵੈਦਾਂ ਨੇ, ਹਕੀਮਾਂ ਨੇ, ਸਾਰੇ ਯਤਨ ਫੇਲ ਹੋ ਗਏ ਨੇ। ਰਾਜੇ ਦਾ ਲੜਕਾ ਮਰਨ ਦੇ ਕਿਨਾਰੇ ਹੈ, ਇੱਕੋ ਇੱਕ ਪੁੱਤਰ ਹੈ। ਰਾਜਾ ਤੇ ਰਾਣੀ ਨੇ ਪਰਨ ਕਰ ਲਿਆ ਹੈ ਵੀ ਜੇ ਸਾਡਾ ਇੱਕੋ ਇੱਕ ਪੁੱਤਰ ਇਸ ਦੁਨੀਆ 'ਤੇ ਨਹੀਂ ਰਿਹਾ ਤਾਂ ਅਸੀਂ ਰਹਿ ਕੇ ਵੀ ਕੀ ਕਰਨਾ ਹੈ, ਕਿ ਪੁੱਤਰਾਂ ਦੀ ਮਮਤਾ ਐਸੀ ਹੈ। ਗੁਰੂ ਜੀ ਨੇ ਗੁਰਬਾਣੀ ਅੰਦਰ ਕਥਨ ਕੀਤਾ ਹੈ, ਪੁੱਤੀ ਗੰਢ ਪਵੇ ਸੰਸਾਰ। ਗ੍ਰਸਤੀ ਦਾ ਜੇ ਸੰਸਾਰ 'ਤੇ ਰਿਸ਼ਤਾ ਹੈ ਤਾਂ ਪੁੱਤਰਾਂ ਦੇ ਨਾਲ ਹੈ। ਜੇ ਪੁੱਤਰ ਨਹੀਂ ਤਾਂ ਰਿਸ਼ਤਾ ਨਹੀਂ, ਸਾਂਝ ਨਹੀਂ ਹੈ ਸੰਸਾਰ ਦੇ ਨਾਲ। ਪੁੱਤਰ ਦੀ ਜਿਹੜੀ ਦਾਤ ਹੈ ਉਹ ਵੀ ਵਾਹਿਗੁਰੂ ਤੋਂ ਮਿਲਦੀ ਹੈ। ਕੋਈ ਜ਼ੋਰ ਨਾਲ ਨਹੀਂ ਲੈ ਸਕਦਾ, ਕੋਈ ਧਨ ਨਾਲ ਨਹੀਂ ਲੈ ਸਕਦਾ। ਇਹ ਵਾਹਿਗੁਰੂ ਦੀ ਕਿਰਪਾ। ਇਹ ਦਾਤ ਇਤਨੀ ਮਿੱਠੀ ਹੈ, ਪਿਆਰੀ ਹੈ, ਅਣਮੁੱਲੀ ਹੈ। ਇਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਦੀ। ਪੁੱਤਰ ਦੀ ਮਮਤਾ ਐਸੀ ਹੈ।
बाबा वजीद जी लिखते हैं, एक सारी उम्र में तरस तरस के मर गए रोंदे पुत्तां, एक पुੱਤ ਤਰਸਦੇ ਮੰਗਦੇ ਫਿਰਦੇ ਦਰ ਦਰ ਟੁੱਕਾਂ, ਇੱਕ ਬਹੁਤਾ ਖਾ ਕੇ ਹੈਜੇ ਨਾਲ ਗਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇੱਕ ਨਾ ਦੇ ਘਰ ਧੀਆਂ, ਧੀਆਂ ਦੇ ਘਰ ਦੋਤਰੇ, ਇੱਕ ਨਾ ਦੇ ਘਰ ਪੁੱਤ ਤੇ ਘਰ ਪੋਤਰੇ, ਇੱਕ ਨਾ ਦੇ ਘਰ ਇੱਕ ਉਹ ਵੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇਹ ਸਾਰਾ ਕੁਝ, ਸਾਰੀ ਖੇਡ ਉਸ ਮੇਰੇ ਵਾਹਿਗੁਰੂ ਦੇ ਹੱਥ ਹੈ, ਇਨਸਾਨ ਦੇ ਵੱਸ ਕੁਛ ਨਹੀਂ ਹੈ। ਜੇ ਇਹਦੇ ਕਹਿੰਦੇ ਵੱਸ ਹੋਵੇ, ਇਸਕੇ ਹਾਥ ਹੋਏ ਤਾਂ ਸਭ ਕਿਸ ਲਈ, ਜੋ ਤਿਸ ਭਾਵੈ ਸੋਈ ਕਰੇ। ਜੇ ਇਹਦੇ ਵੱਸ ਹੋਵੇ ਤਾਂ ਦੁਨੀਆ ਦੇ ਲੋਕਾਂ ਨੂੰ ਭੁੱਖਾ ਮਾਰਨਾ ਸ਼ੁਰੂ ਕਰ ਦੇਵੇ, ਸਾਰੇ ਦੁਨੀਆ ਦੇ ਲੋਕਾਂ ਨੂੰ ਮਾਰ ਦੇਵੇ, ਫਾਂਸੀ ਦੇ ਦੇਵੇ, ਭੁੱਖੇ ਮਾਰ ਦੇਵੇ। ਜੇ ਇਹਦੇ ਵੱਸ ਹੋਵੇ, ਵੱਸ ਕੁਛ ਨਹੀਂ ਹੈ। ਇਸ ਨੂੰ ਵੀ ਕੋਈ ਸ਼ਕਤੀ ਹੋਰ ਚਲਾ ਰਹੀ ਹੈ, ਕੋਈ ਗੈਬੀ ਸ਼ਕਤੀ ਹੈ ਜਿਹੜੀ ਇਸ ਨੂੰ ਚਲਾਉਂਦੀ ਹੈ। ਜੇ ਇਸ ਦੇ ਵੱਸ ਹੋਵੇ ਤਾਂ ਬਹੁਤ ਕੁਝ ਕਰ ਸਕਦਾ ਹੈ। ਆਦਮੀ ਬੜਾ ਕੁਝ ਸੋਚਦਾ ਹੈ, ਅਸੀਂ ਕਿਸੇ ਨਾਲ ਲੜ ਪੈਂਦੇ ਹਾਂ ਤਾਂ ਉਹਨੂੰ ਮਾਰਨ ਥਈ ਜਾਂਦੇ ਹਾਂ, ਜੇ ਵੱਸ ਹੋਵੇ ਤਾਂ ਮਾਰ ਦਈਏ। ਸੋ ਆਓ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰਬਾਣੀ ਅੰਦਰ ਕਥਨ ਕੀਤਾ ਹੈ, ਪੁੱਤੀ ਗੰਢ ਪਵੇ ਸੰਸਾਰ। ਪੜ੍ਹ ਲਈਏ ਸਾਰੇ ਧਾਰਨਾ ਗੱਜ ਵੱਜ। ਗੰਢ ਪਵੇ ਸੰਸਾਰ ਪੁੱਤਰੀ, ਗੰਢ ਪਵੇ ਸੰਸਾਰ, ਗੰਢ ਪਵੇ ਸੰਸਾਰ ਪੁੱਤਰੀ, ਗੰਢ ਪਵੇ ਸੰਸਾਰ। ਗੰਢ ਪਵੇ ਸੰਸਾਰ, ਗੰਢ ਪਵੇ ਸੰਸਾਰ ਪੁੱਤਰੀ, ਗੰਢ ਪਵੇ ਸੰਸਾਰ, ਗੰਢ ਪਵੇ ਸੰਸਾਰ ਪੁੱਤਰੀ, ਗੰਢ ਪਵੇ ਸੰਸਾਰ। ਇਹ ਦਾਤ ਕਿੱਥੋਂ ਮਿਲਦੀ ਹੈ? ਜਿਹਦੇ ਚਰਨਾਂ 'ਚ ਤੁਸੀਂ ਬੈਠੇ ਹੋ। ਲਾਹੌਰ ਵਿੱਚ ਇੱਕ ਸੇਠ ਰਹਿੰਦਾ ਹੈ, ਧਨ ਪਦਾਰਥ ਬਹੁਤ ਹੈ, ਪਰ ਲੋਕਾਂ ਦਾ ਖਿਆਲ ਹੈ ਨਾ, ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਵੀ ਜੇ ਸਾਡੇ ਪਾਸ ਧਨ ਬਹੁਤ ਸਾਰਾ ਆ ਜਾਏ ਤਾਂ ਅਸੀਂ ਇਸ ਸੰਸਾਰ 'ਤੇ ਸੁਖੀ ਹੋ ਸਕਦੇ ਹਾਂ। ਐਵੇਂ ਕਲਪਨਾ ਹੈ। ਜਿਨ੍ਹਾਂ ਦੇ ਪਾਸ ਧਨ ਹੈ, ਪਹਿਲਾਂ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਕਿੰਨੇ ਕੁ ਸੁਖੀ ਨੇ। ਫਿਰ ਜਿਹੜਾ ਦੁੱਖ ਹੈ, ਜੇ ਇਹੀ ਗੱਲ ਹੈ ਕਿ ਧਨ ਆਦਮੀ ਕੋਲੇ ਆ ਗਿਆ ਹੈ ਤੇ ਸੁਖੀ ਹੋ ਗਿਆ ਸੰਸਾਰ 'ਤੇ, ਦੁੱਖ ਤਾਂ ਬਹੁਤ ਕਿਸਮਾਂ ਦੇ ਨੇ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਬਹੁਤੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਜੇ ਧਨ ਦੇ ਨਾਲ ਸੁਖੀ ਹੋ ਜਾਂਦੇ ਲੋਕ, ਫਿਰ ਬਾਬਾ ਨਾਨਕ ਇੰਝ ਨਾ ਕਹਿੰਦਾ, ਨਾਨਕ ਦੁਖੀਆ ਸਭ ਸੰਸਾਰ। ਪੜ੍ਹ ਲਓ ਸਾਰੇ ਧਾਰਨਾ। ਦੁਖੀਆ ਸਭ ਸੰਸਾਰ, ਨਾਨਕ ਸੁਖੀਆ, ਨਾਨਕ ਸੁਖੀਆ। ਦੁਖੀਆ ਸਭ ਸੰਸਾਰ, ਨਾਨਕ ਸੁਖੀਆ, ਨਾਨਕ ਸੁਖੀਆ।
ਨਾਨਕ ਸੁਖੀਆ। ਸੁਖੀਆ ਕੌਣ ਹੈ? ਬਾਬਾ ਨਾਨਕ ਕਹਿੰਦਾ, ਸੋ ਸੁਖੀਆ ਜਿਸ ਨਾਮ ਆਧਾਰ, ਜਿਸ ਨੇ ਨਾਮ ਦਾ ਓਟ ਆਸਰਾ ਤੱਕਿਆ ਹੈ, ਪਦਾਰਥਾਂ ਨੂੰ ਵੀ ਪਾ ਕੇ ਕਿਹਾ ਮੇਰਾ ਮੁਝ ਮੇ ਕੁਛ ਨਹੀਂ, ਉਹ ਸੁਖੀ ਹੈ। ਇਸ ਤਰ੍ਹਾਂ ਬਾਬਾ ਨਾਨਕ ਕਹਿੰਦਾ ਸਾਰਾ ਸੰਸਾਰ ਦੁਖੀ। ਮਰਦਾਨਾ ਕਹਿੰਦਾ ਮਹਾਰਾਜ ਬੜੇ ਵੱਡੇ ਧਨਾੜ, ਰਾਜੇ ਮਹਾਰਾਜੇ, ਬੜੇ ਵੱਡੇ ਸੇਠ, ਉਹ ਤਾਂ ਸੁਖੀ ਹੋਣਗੇ। ਨਹੀਂ ਵੀ ਮਰਦਾਨੇ, ਸਾਰਾ ਸੰਸਾਰ ਦੁਖੀ ਹੈ ਨਾਮ ਤੋਂ ਬਿਨਾਂ। ਜੇ ਇਹੀ ਇੱਕ ਸਾਡਾ ਫੁਰਨਾ ਹੈ ਕਿ ਅਸੀਂ ਅਮਰੀਕਾ ਪਹੁੰਚ ਗਏ ਹਾਂ, ਧਨ ਖਾਤਰ ਪਹੁੰਚੇ, ਧਨ ਸਾਡੇ ਕੋਲ ਹੋ ਗਿਆ, ਕੀ ਸੁਖੀ ਹੋ ਗਏ? ਨਹੀਂ। ਇੱਥੇ ਬੜੇ ਦੁੱਖ। ਮਿਲੋ ਪਰਿਵਾਰਾਂ ਨੂੰ ਜਿਹੜੇ ਦੁੱਖ ਰੋਂਦੇ ਨੇ, ਪਹਿਲਾਂ ਤਾਂ ਆਪਦੀ ਔਲਾਦ ਵੱਲੋਂ ਹੀ ਦੁੱਖ ਰੋਂਦੇ ਨੇ। ਸਭ ਤੋਂ ਵੱਡਾ ਦੁੱਖ ਜਿਹੜਾ ਮੈਂ ਲੋਕਾਂ ਦਾ ਸੁਣਿਆ, ਇੰਗਲੈਂਡ 2 ਮਹੀਨੇ ਰਹਿ ਕੇ ਆਇਆ, 2 ਮਹੀਨੇ ਇੱਥੇ ਵੀ ਆਏ ਨੂੰ ਹੋ ਗਏ, ਵੀ ਧਨ ਤਾਂ ਮਿਲ ਗਿਆ, ਔਲਾਦ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਏ ਸੀ ਧਨ ਇਕੱਠਾ ਕਰਨ, ਸੁਖੀ ਹੋਣ, ਹੋਰ ਦੁੱਖ। ਚਲੋ ਧਨ ਹੋ ਗਿਆ, ਲੜਕਾ ਹੋ ਗਿਆ ਸਾਂਭਣ ਵਾਲਾ ਧਨ ਦੌਲਤ ਨੂੰ, ਲੜਕਾ ਨਲਾਇਕ ਨਿਕਲ ਗਿਆ, ਅੰਗਹੀਣਾ ਹੋ ਗਿਆ, ਫਿਰ ਦੁੱਖ, ਫਿਰ ਦੁੱਖ। ਦੁੱਖ ਇੱਕ ਕਿਸਮ ਦਾ। ਜੇ ਇੱਕੋ ਹੀ ਦੁੱਖ ਹੈ ਵੀ ਧਨ ਹੋਵੇ ਤਾਂ ਅਸੀਂ ਸੁਖੀ ਹੋ ਸਕਦੇ ਹਾਂ। ਜੇ ਨੀਂਦ ਹੀ ਨਹੀਂ ਆਉਂਦੀ ਰਾਤ ਨੂੰ, ਕੀ ਕਰੂ ਧਨ ਨੂੰ? ਮੈਂ ਯੂਪੀ ਗਿਆ, ਦਾਸ ਦਾ ਡੇਰਾ ਉੱਥੇ ਪਲੀਏ ਦੇ ਲਾਗੇ ਬਣਾਇਆ, ਬੰਮ ਨਗਰ। ਉੱਥੇ ਕੁਠਾਰ ਪੈਂਦਾ ਕਸਬਾ। ਜੇ ਆਪਾਂ ਸ਼ਾਹਜਹਾਨਪੁਰ ਉਤਰੀਏ ਤਾਂ ਅੱਗੇ ਪੁਆਇਆਂ ਤਹਿਸੀਲ ਆਉਂਦੀ ਹੈ, ਪੁਆਇਆਂ ਤੋਂ ਅੱਗੇ ਕੁਠਾਰ ਪੈਂਦਾ। ਉੱਥੇ ਚੁਰਾਹੇ 'ਤੇ ਦੀਵਾਨ ਲਾਏ ਦਾਸ ਨੇ। ਇੱਕ ਸੇਠ ਆਇਆ ਮੇਰੇ ਕੋਲੇ, ਬੜਾ ਮੈਨੂੰ ਦੱਸਿਆ ਵੀ ਬੜਾ ਅਮੀਰ ਸੇਠ ਹੈ। ਉਹ ਰੋਈ ਜਾਵੇ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਜੀ ਮੈਂ ਬਹੁਤ ਪੈਸੇ ਵਾਲਾ ਆਦਮੀ ਹਾਂ, ਬਹੁਤ ਸਾਰਾ ਧਨ ਹੈ ਮੇਰੇ ਪਾਸ, ਪਰ ਦੁੱਖ ਹੈ ਕਿ ਧਨ ਨੂੰ ਸਾਂਭਣ ਵਾਲਾ ਕੋਈ ਨਹੀਂ ਦਿੰਦਾ। ਆਖੋ ਸਤਨਾਮ ਸ਼ੁਰੂ। ਮੈਨੂੰ ਇਹ ਜਿਹੜਾ ਧਨ ਹੈ ਨਾ, ਕੋਠੀ ਕਾਰ, ਮੈਨੂੰ ਬਹੁਤ ਬੁਰੇ ਲੱਗਦੇ ਨੇ, ਭੈੜੇ ਲੱਗਦੇ ਨੇ ਵੀ ਇਹਨੂੰ ਸਾਂਭਣ ਵਾਲਾ ਤਾਂ ਹੈ ਨਹੀਂ ਕੋਈ। ਉਹਦੇ ਘਰ ਚੋਰੀ ਹੋ ਗਈ, ਲੋਕ ਅਫਸੋਸ ਕਰਨ ਆਏ। ਕਹਿੰਦੇ ਕਾਹਦਾ ਅਫਸੋਸ ਕਰਦੇ ਹੋ? ਮਗਰੋਂ ਵੀ ਤਾਂ ਲੋਕਾਂ ਨੇ ਚੋਰੀ ਕਰਨਾ, ਜੇ ਮੇਰੇ ਹੁੰਦੇ ਚੋਰੀ ਕਰ ਲਈ ਤਾਂ ਕੀ ਦੁੱਖ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁੱਖ ਇੱਕ ਕਿਸਮ ਦਾ ਨਹੀਂ ਹੈ, ਸੰਸਾਰ 'ਤੇ ਦੁੱਖ ਬੜੇ ਕਿਸਮਾਂ ਦਾ ਹੈ। ਕਹਿੰਦੇ ਮਰਦਾਨੇ ਸਾਰਾ ਸੰਸਾਰ ਦੁੱਖਾਂ ਨਾਲ ਭਰਿਆ ਹੈ। ਕਹਿੰਦੇ ਮਹਾਰਾਜ ਤੁਸੀਂ ਝੂਠ ਬੋਲਦੇ ਹੋ, ਮੈਨੂੰ ਨਾਂ ਰੱਖਣ ਦੇ ਮਾਰੇ। ਬੜੇ ਬੜੇ ਸੇਠ, ਬੜੇ ਬੜੇ ਰਾਜੇ ਦੁਖੀ ਨੇ। ਕਹਿੰਦੇ ਚੰਗਾ, ਜੇ ਤੈਨੂੰ ਨਹੀਂ ਤਸੱਲੀ, ਕਦੇ ਤਸੱਲੀ ਕਰ ਲਈ। ਗੁਰੂ ਜੀ ਜਾਂਦੇ ਨੇ ਤੁਰੇ, ਇੱਕ ਸ਼ਹਿਰ ਦੇ ਵਿੱਚ ਲੰਘੇ ਜਾਂਦੇ ਨੇ। ਇੱਕ ਸੇਠ ਹੈ, ਬੜੀ ਭੀੜ ਆ ਸੌਦਿਆਂ ਦੀ, ਆਪ ਗੱਦੇ ਲੱਗੇ ਹੋਏ ਨੇ, ਬੈਠਾ ਹੈ ਇਸ਼ਾਰੇ ਨਾਲ, ਨੌਕਰ ਚਾਕਰ ਕੰਮ ਕਰਦੇ ਨੇ। ਅਤੇ ਆਖਿਆ, ਉਹਦੇ ਮਨ 'ਚ ਆਏ ਵੀ ਆਹ ਜਿਹੜਾ ਸੇਠ ਹੈ ਨਾ, ਇਹ ਮੈਨੂੰ ਬਹੁਤ ਸੁਖੀ ਨਜ਼ਰ ਆਉਂਦਾ ਹੈ। ਬਾਬਾ ਨਾਨਕ ਜਾਣੀ ਜਾਣ। ਮਰਦਾਨੇ ਕੀ ਗੱਲ ਆ ਪੈਰ ਮਲਦਾ? ਗੁਰੂ ਜੀ ਤੁਸੀਂ ਕਹਿੰਦੇ ਸਾਰਾ ਸੰਸਾਰ ਦੁਖੀ ਹੈ, ਪਰ ਆਹ ਜਿਹੜਾ ਸੇਠ ਹੈ ਮੈਨੂੰ ਸੁਖੀ ਨਜ਼ਰ ਆਉਂਦਾ ਹੈ। ਕਹਿੰਦੇ ਚੰਗਾ, ਤੈਨੂੰ ਯਕੀਨ ਨਹੀਂ ਮੇਰੇ 'ਤੇ? ਅਸੀਂ ਅੱਗੇ ਦਰਵਾਜ਼ੇ ਵਿੱਚ ਬਹਿਨੇ ਹਾਂ, ਤੂੰ ਇਹਨੂੰ ਪੁੱਛ ਕੇ ਆਈ ਵੀ ਕਿੰਨਾ ਕੁ ਸੁਖੀ ਹੈ। ਸਤ ਵਚਨ। ਆਇਆ ਮਰਦਾਨਾ, ਉੱਥੇ ਆ ਕੇ ਸੌਦੇ ਲੈਣ ਵਾਲਿਆਂ ਦੀ ਭੀੜ ਆ, ਸੌਦਾ ਲਈ ਜਾਂਦੇ ਨੇ। ਮਰਦਾਨੇ ਦੀ ਵਾਰੀ ਆਈ, ਕਹਿੰਦੇ ਤੂੰ ਵੀ ਦੱਸ ਕੀ ਲੈਣਾ? ਸੇਠ ਨੂੰ ਕਹਿੰਦਾ ਵੀ ਲੈਣਾ ਤਾਂ ਮੈਂ ਕੁਝ ਨਹੀਂ, ਮੈਂ ਤੇਰੇ ਨਾਲ ਗੱਲ ਕਰਨੀ ਹੈ। ਕਹਿੰਦੇ ਕਰੋ। ਕਹਿੰਦੇ ਨਹੀਂ, ਇਸ ਤਰ੍ਹਾਂ ਲੱਗ ਹੋ ਕੇ ਗੱਲ ਕਰਨੀ। ਆਖਿਆ ਮੈਂ ਧੰਨ ਨਾਨਕ ਨਿਰੰਕਾਰੀ ਦੇ ਨਾਲ ਉਹਨਾਂ ਦਾ ਰਬਾਬੀ ਹਾਂ, ਕੀਰਤਨੀਆ ਹਾਂ। ਮੇਰਾ ਬਾਬਾ ਨਾਨਕ ਇਹ ਕਹਿੰਦਾ ਹੈ ਕਿ ਸਾਰਾ ਸੰਸਾਰ ਦੁਖੀ ਹੈ, ਪਰ ਮੈਂ ਨਹੀਂ ਮੰਨਦਾ। ਵੀ ਸੱਚ ਦੱਸੀ, ਮੈਨੂੰ ਤੂੰ ਸੁਖੀ ਨਜ਼ਰ ਆਇਆ, ਤੂੰ ਵਾਕਈ ਸੱਚਮੁੱਚ ਹੀ ਸੁਖੀ ਹੈ? ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਸੇਠ ਤਾਂ ਹੀ ਰੋਣ ਲੱਗ ਪਿਆ।
इतना रोया। आखन लग्या मेरे वर्गा दुखी संसार ते ना होवे। मेरे तो मरिया नहीं जाता, क्यों मरना भी बहुत औखा है। मर हो सकदा जिन्हें संसार जित लिया, बाजी जित ली। जिस मरने ते जग डरे मेरे मन आनंद। जिसने बाजी जित ली ना संसार की, वो आपदे मूँह ना मौत मंगते है। ਜਿਹੜੇ ਬਾਜੀ जिन्हों ने हारी है संसार ते, वो मौत तो डरते है। पढ़ लो सारे धर्म। ਜਿਹੜੀ मौत तो डरे जग सारा, भगतां ने मूँह मंग ली। ਜਿਹੜੀ मौत तो डरे जग सारा बई, भगतां ने मूँह मंग ली। भगतां ने मूँह मंग ली। ਜਿਹੜੀ मौत तो डरे जग सारा, भगतां ने मूँह मंग ली। इस तरह मरदाने को जब रोन लग्या, मरदाने के मन में दया आई। क्योंकि जिन्होंने आप गुरमुख कहने, संत कहने, भगत कहने, उन्होंने मन में दया आती है। इस तरह शास्त्र ने लिखा है, दिवज प्रसन्न खी राध कर, मोर मोद कन वैन। संत सुखी पर हित विखे, सठ पर बिपता चैन। गुरु जी ने इंज आख्या है, भगता तस सारियां जोड़ कदे नाए। दुनियावी लोगों का और गुरमुखां का फर्क इन्ना है कि जिहड़े गुरमुख हन, वो जे किसी दुखी नूं देख लैण तां उन्हां दे मन नूं दुख हुंदा है। वो अरदास करदे ने वाहिगुरू अगे, ऐ परमेश्वर इस नूं सुख बख्श, इस नूं सुखी कर दे। जे किसी दुखी नूं देख लैण ਤਾਂ ਉਹਨਾਂ ਦਾ ਮਨ ਦੁਖੀ ਹੁੰਦਾ ਹੈ, ਅਰਦਾਸ ਕਰਦੇ ਨੇ। ਜੇ ਸੁਖੀ ਨੂੰ ਦੇਖ ਲੈਣ ਤਾਂ ਬੜੇ ਖੁਸ਼ ਹੁੰਦੇ ਹਨ। ਇਸ ਤਰ੍ਹਾਂ ਜਿਹੜਾ ਸੰਸਾਰੀ ਜੀਵ ਹੈ, ਉਹ ਜੇ ਕਿਸੇ ਸੁਖੀ ਨੂੰ ਦੇਖ ਲਵੇ ਤਾਂ ਬੜਾ ਦੁਖੀ ਹੁੰਦਾ ਹੈ। ਕਹਿੰਦਾ ਇਸ ਦੀ ਇੱਜ਼ਤ ਕਿਉਂ ਹੈ, ਇਸ ਦਾ ਸਮਾਜ ਵਿੱਚ ਮਾਣ ਸਤਿਕਾਰ ਕਿਉਂ ਹੈ, ਇਸ ਦੇ ਪਾਸ ਇੰਨੀ ਦੌਲਤ ਕਿਉਂ ਹੈ, ਇਸ ਦਾ ਕੰਮਕਾਰ ਚੰਗਾ ਕਿਉਂ ਹੈ। ਉਹ ਬੜਾ ਦੁਖੀ ਹੁੰਦਾ ਹੈ। ਜੇ ਕਿਸੇ ਦੁਖੀ ਨੂੰ ਦੇਖ ਲਵੇ ਤਾਂ ਬੜਾ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਨੇ ਗੁਰਮੁਖ ਹਰ ਮਨਮੁਖਾਂ ਦਾ ਅੰਤਰ ਇਹ ਹੈ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਉਹਨਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ। ਉਹ ਹਰ ਵਕਤ ਤਨ ਕਰਕੇ, ਮਨ ਕਰਕੇ, ਧਨ ਕਰਕੇ ਚੰਗਾ ਹੀ ਸੋਚਦੇ ਨੇ, ਚੰਗਾ ਹੀ ਕਰਦੇ ਨੇ। ਜਿਹੜੇ ਮਨਮੁਖ ਹਨ, ਉਹ ਮਨ ਕਰਕੇ, ਤਨ ਕਰਕੇ, ਧਨ ਕਰਕੇ ਮਾੜਾ ਹੀ ਸੋਚਦੇ ਨੇ, ਮਾੜਾ ਹੀ ਕਰਦੇ ਨੇ। ਕਹਿੰਦੇ ਇੱਕ ਸੰਤ ਤੁਰੇ ਜਾਂਦੇ ਸੀ ਤੇ ਉਹਨਾਂ ਨੇ ਦੇਖਿਆ ਕਿ ਪਾਣੀ ਦਾ ਜਾਨਵਰ ਰੁੜਿਆ ਜਾ ਰਿਹਾ। ਆਖਣ ਲੱਗੇ ਵੀ ਇਹ ਪਾਣੀ ਦਾ ਜਾਨਵਰ ਰੁੜਿਆ ਜਾ ਰਿਹਾ ਹੈ, ਇਸ ਨੂੰ ਬਾਹਰ ਕੱਢ ਦੇਣਾ ਚਾਹੀਦਾ। ਕੋਈ ਸੰਤ ਦਾ ਸੁਭਾਅ ਹੈ ਪਰਉਪਕਾਰ ਕਰਨਾ, ਦਇਆ ਕਰਨੀ, ਗੁਰਮੁਖ ਦਾ ਸੁਭਾਅ ਹੈ। ਉਹ ਡੱਕੇ ਨਾਲ ਉਸ ਨੂੰ ਬਾਹਰ ਕੱਢਦੇ ਹੈ
ਜਦੋਂ ਉਹਨੂੰ ਬਾਹਰ ਕੱਢਦੇ ਉਦੋਂ ਡੰਗ ਮਾਰਦਾ, ਟਬੂਸੀ ਮਾਰਦਾ, ਫਿਰ ਪਾਣੀ ਵਿੱਚ ਚਲਿਆ ਜਾਂਦਾ ਅਤੇ ਫਿਰ ਉਹ ਡੱਕੇ ਨਾਲ ਬਾਹਰ ਕੱਢਦੇ। ਕਹਿੰਦੇ ਜਦ ਕਿਸੇ ਲੰਘਣ ਵਾਲੇ ਪ੍ਰੇਮੀ ਨੇ ਦੇਖਿਆ ਖੜ੍ਹ ਕੇ, ਕਹਿੰਦੇ ਅੱਗੇ ਤਾਂ ਸੁਣਦੇ ਹੁੰਦੇ ਸੀ ਵੀ ਸੰਤ ਕਮਲੇ ਹੁੰਦੇ ਆ, ਭੋਲੇ ਹੁੰਦੇ ਆ, ਅੱਜ ਅੱਖਾਂ ਨਾਲ ਦੇਖ ਲਏ ਵੀ ਪਾਣੀ ਦਾ ਜਾਨਵਰ ਆ, ਪਾਣੀ ਵਿੱਚ ਰਹਿਣ ਵਾਲਾ ਅਤੇ ਇਹਨੇ ਪਾਣੀ ਵਿੱਚ ਹੀ ਰਹਿਣਾ। ਇਹ ਸੰਤ ਇਸ ਨੂੰ ਕੱਢਦਾ, ਉਹ ਡੰਗ ਮਾਰਦਾ, ਫਿਰ ਟਬੂਸੀ ਮਾਰਦਾ, ਪਾਣੀ ਚਲਾ ਜਾਂਦਾ, ਸੰਤ ਉਹਨੂੰ ਫਿਰ ਪਾਣੀ 'ਚੋਂ ਕੱਢ ਲੈਂਦੇ ਨੇ। ਸੰਤ ਕਹਿੰਦੇ ਭਾਈ ਗੱਲ ਤੇਰੀ ਵੀ ਸੱਚੀ ਹੈ, ਪਰ ਅਸੀਂ ਆਪਦੇ ਸੁਭਾਅ 'ਤੇ ਕਾਇਮ ਹੈ, ਉਹ ਆਪਦੇ ਸੁਭਾਅ 'ਤੇ ਕਾਇਮ ਹੈ। ਉਹਦਾ ਸੁਭਾਅ ਆ ਡੰਗ ਮਾਰਨਾ, ਜਿਵੇਂ ਮਨਮੁਖ ਦਾ ਸੁਭਾਅ ਉਹਨੇ ਬੁਰਾਈ ਕਰਨਾ। ਜਦੋਂ ਉਹ ਆਪਦੀ ਆਦਤ 'ਤੇ ਮਜਬੂਰ ਆ, ਅਸੀਂ ਵੀ ਆਪਦੀ ਆਦਤ 'ਤੇ ਮਜਬੂਰ ਹਾਂ। ਸਾਡਾ ਕੰਮ ਹੈ ਭਲਾ ਕਰਨਾ, ਅਸੀਂ ਉਹਨੂੰ ਪਾਣੀ ਤੋਂ ਕੱਢਦੇ ਹਾਂ ਅਤੇ ਉਹ ਪਾਣੀ ਵਿੱਚ ਚਲਾ ਜਾਂਦਾ ਹੈ, ਡੰਗ ਮਾਰਦਾ ਹੈ। ਇਸ ਤਰ੍ਹਾਂ ਗੁਰਮੁਖ ਪਿਆਰਿਆਂ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਬੜਾ ਦਿਆਵਾਨ ਹੁੰਦਾ ਹੈ। ਮਰਦਾਨੇ ਦੇ ਮਨ ਵਿੱਚ ਵੀ ਦਿਆ ਆਈ, ਇਹ ਸੇਠ ਮੇਰੇ ਬਾਬਾ ਨਾਨਕ ਤਾਂ ਆਇਆ ਹੀ ਦੁਖੀਆਂ ਦਾ ਆਧਾਰ ਕਰਨ ਵਾਸਤੇ ਹੈ, ਚੱਲ ਤੂੰ ਵੀ, ਤੈਨੂੰ ਵੀ ਇੱਥੇ ਸੁੱਖ ਦਾ ਨੁਸਖਾ ਕੋਈ ਦਵਾਵਾਂ। ਇਸ ਤਰ੍ਹਾਂ ਸੇਠ ਆ ਜਾਂਦਾ ਹੈ ਮਰਦਾਨੇ ਦੇ ਨਾਲ। ਬਾਬਾ ਨਾਨਕ ਜਾਣੀ ਜਾਣ ਜਦ ਦੇਖਦੇ ਨੇ ਵੀ ਮਰਦਾਨਾ ਆ ਰਿਹਾ ਅਤੇ ਮਗਰ ਸੇਠ ਆ ਰਿਹਾ, ਜਿਸ ਨੂੰ ਪਰਮ ਸੁਖੀ ਕਹਿੰਦਾ ਸੀ, ਉਹ ਪਰਮ ਦੁਖੀ ਹੈ। ਇੰਝ ਦੇਖ ਕੇ ਦੂਰੋਂ ਹੀ ਗੁਰੂ ਜੀ ਬਾਣੀ ਉਚਾਰਨ ਕਰਦੇ ਹਨ, ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੇ। ਅੱਖਾਂ ਦੇ ਨਾਲ ਦੇਖਣ ਨੂੰ ਬੜਾ ਸੁਖੀ ਪ੍ਰਤੀਤ ਆਇਆ ਵੀ ਬੜਾ ਸੁਖੀ ਹੈ, ਪਰ ਅੰਦਰ ਤਾਂ ਇਸ ਤਰ੍ਹਾਂ ਖਾਧਾ ਪਿਆ ਹੈ ਜਿਸ ਤਰ੍ਹਾਂ ਬਾਜ਼ਾਰ ਵਿੱਚ ਆਪਾਂ ਸੋਟੀਆਂ ਲੈਂਦੇ ਹਾਂ, ਖੁੰਡੀਆਂ ਲੈਂਦੇ ਹਾਂ, ਬੜੇ ਕਿਸਮਾਂ ਦੇ ਰੰਗ ਉਸ ਨੂੰ ਕੀਤੇ ਹੁੰਦੇ ਨੇ ਉਹਨਾਂ ਦੇ। ਜਿਹੜੀਆਂ ਚਿਰਦੀਆਂ ਹੁੰਦੀਆਂ ਨੇ ਪੁਰਾਣੀਆਂ, ਆਪਾਂ ਲੈ ਆਉਂਦੇ ਹਾਂ, ਜਦੋਂ ਥੱਲੇ ਮਾਰ ਕੇ ਦੇਖਦੇ ਹਾਂ ਤਾਂ ਦੋ ਟੁਕੜੇ ਹੋ ਜਾਂਦੇ ਨੇ ਘੁਣੇ ਦੀ ਖਾਧੀ ਪਈ, ਉੱਪਰੋਂ ਬੜੀ ਸੁੰਦਰ ਪ੍ਰਤੀਤ ਹੁੰਦੀ ਹੈ। ਇਸ ਤਰ੍ਹਾਂ ਕਹਿੰਦੇ ਮਰਦਾਨੇ ਨੇ ਦੇਖ ਲਿਆ ਉੱਪਰੋਂ ਵੀ ਬੜਾ ਇਹ ਸੇਠ ਸੁਖੀ ਹੈ, ਪਰ ਇਹ ਤਾਂ ਇੰਜ ਜਿਵੇਂ ਘੁਣੇ ਦੀ ਖਾਧੀ ਛੋਟੀ ਹੈ, ਇਹ ਤਾਂ ਦੁੱਖਾਂ ਚਿੰਤਾ ਦਾ ਖਾਧਾ ਹੈ ਸੇਠ ਹੈ। ਅੰਤਰ ਚਿੰਤਾ ਨੈਣੀ ਸੁਖੀ ਮੂੰਹ ਨਾ ਉਤਰੇ। ਆਖਣ ਲੱਗੇ ਕਿਉਂ ਵੀ ਮਰਦਾਨੇ, ਤੇਰਾ ਸੇਠ ਕਿੰਨਾ ਕੁ ਸੁਖੀ ਹੈ? ਆਖਣ ਲੱਗਿਆ ਮਹਾਰਾਜ ਤੁਸੀਂ ਸੱਚ ਬੋਲਦੇ ਹੋ, ਮੈਨੂੰ ਹੀ ਯਕੀਨ ਨਹੀਂ ਸੀ ਆਇਆ, ਇਹ ਤਾਂ ਬੜਾ ਦੁਖੀ ਹੈ, ਕਿਰਪਾ ਕਰੋ ਇਹਦੇ ਤੇ ਕਿਰਪਾ ਦ੍ਰਿਸ਼ਟੀ ਕਰੋ, ਇਹ ਵੀ ਸੁਖੀ ਹੋ ਜਾਵੇ। ਆਖਣ ਲੱਗੇ ਵੀ ਸੇਠ ਕੀ ਦੁੱਖ ਹੈ ਤੈਨੂੰ? ਆਖਣ ਲੱਗਿਆ ਮਹਾਰਾਜ ਧਨ ਪਦਾਰਥ ਬਹੁਤ ਹੈ, ਘਰੇ ਪੁੱਤ ਵੀ ਹਨ, ਸਾਰੀ ਦੌਲਤ ਹੈ, ਸੁੱਖ ਹਨ, ਪਰ ਘਰ ਵਿੱਚ ਕਲੇਸ਼ ਬਹੁਤ ਹੈ। ਮੇਰੇ ਘਰ ਵਾਲੀ ਮੇਰਾ ਆਖਾ ਨਹੀਂ ਮੰਨਦੀ, ਮੈਂ ਉਹਦਾ ਨਹੀਂ ਮੰਨਦਾ, ਮੇਰਾ ਪੁੱਤ ਹੈ ਉਹ ਮੇਰਾ ਨਹੀਂ ਮੰਨਦਾ, ਮੈਂ ਉਹਦਾ ਨਹੀਂ ਮੰਨਦਾ, ਘਰ ਵਿੱਚ ਕਲੇਸ਼ ਇਤਨਾ ਹੈ। ਹੁਣ ਜਿਹੜੇ ਘਰ ਵਿੱਚ ਕਲੇਸ਼ ਹੈ, ਬਾਹਲੇ ਆਤਮ ਹੱਤਿਆ ਲੋਕ ਕਰਦੇ ਨੇ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਹੈ, ਵੀ ਇਹ ਰੋਜ਼ ਦੀ ਰੋਜ਼ਾਨਾ ਦੀ ਮੌਤ ਹੈ, ਪਰ ਮਰਿਆ ਨਹੀਂ ਜਾਂਦਾ। ਕਿਰਪਾ ਕਰੋ ਸਾਡੇ 'ਤੇ, ਸਾਨੂੰ ਵੀ ਸੁੱਖ ਦਾ ਨੁਸਖਾ ਦੇ ਕੇ ਜਾਓ। ਗੁਰੂ ਜੀ ਆਖਣ ਲੱਗੇ ਬਈ ਤੂੰ ਕਿਹੜੇ ਬਾਗ ਦੀ ਮੂਲੀ ਹੈ? ਉੱਥੇ ਸ਼ਲੋਕ ਉਚਾਰਨ ਕਰਦੇ ਨੇ, ਸਹੰਸਰ ਦਾਨ ਦੇ ਇੰਦਰ ਆਇਆ, ਪਰਸ਼ਰਾਮ ਰੋਵੇ ਕਰਾਇਆ, ਅਜੇ ਸਰੋਵੇ ਪੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਰੋਵੇ ਦਹਿਸ਼ਰ ਲੰਕ ਗਵਾਏ, ਜਿਨ ਸੀਤਾ ਆਂਦੂ ਡਾਰੂ ਬਾਏ, ਰੋਵੇ ਪੰਡ ਭੈ ਮਜੂਰ, ਔਰ ਜਿਨ੍ਹਾਂ ਦੇ ਨਾਲ ਹਰ ਵਕਤ ਰੱਬ ਹੈ, ਸੁਆਮੀ ਹੈ, ਰੋਵੇ ਪੰਡ ਭੈ ਮਜੂਰ, ਜਿਨ੍ਹਾਂ ਦੇ ਅੰਗ ਸੰਗ ਕ੍ਰਿਸ਼ਨ ਭਗਵਾਨ ਨਾਲ ਰਹਿੰਦਾ ਹੈ, ਪਰ ਉਹ ਵੀ ਰੋਂਦੇ ਆ, ਰੋ ਕੇ ਗਏ ਨੇ ਸੰਸਾਰ ਤੋਂ। ਰਾਮ ਅਤੇ ਰਾਵਣ, ਰਾਮ ਨੂੰ ਅਵਤਾਰ ਮੰਨਿਆ ਹੈ, ਉਹ ਵੀ ਸੰਸਾਰ 'ਤੇ ਰੋ ਕੇ ਗਿਆ ਸੀਤਾ ਦੇ ਵਿਜੋਗ ਵਿੱਚ। ਰਾਵਣ 4 ਵਿਦਾਂ ਦਾ ਵਕਤਾ ਪੰਡਤ, ਉਹ ਵੀ ਸੰਸਾਰ ਤੋਂ ਰੋ ਕੇ ਗਿਆ। ਕਹਿੰਦੇ ਸੇਠ ਤੂੰ ਕਿਹੜੇ ਬਾਗ ਦੀ ਮੂਲੀ ਆ? ਜਦੋਂ ਹਾਥੀ ਦੀ ਪੈੜਾਂ ਵਿੱਚ ਸਾਰੇ ਜਾਨਵਰ ਦੀ ਪੈੜਾਂ ਆ ਜਾਂਦੀਆਂ ਨੇ, ਕਿ ਜਦੋਂ ਵੱਡੇ ਵੱਡੇ ਰੋਂਦੇ ਨੇ, ਤੂੰ ਤਾਂ ਕਿਸੇ ਬਾਗ ਦੀ ਮੂਲੀ ਨਹੀਂ।
पढ़ो सारे। बड़े बड़े दुनिया ते होए रोंदे जांदे नाम तू बिना। बड़े बड़े दुनिया दे राजे रोंदे जांदे नाम तू बिना। ਇਸ ਤਰ੍ਹਾਂ ਉਸ ਨੂੰ ਵੀ ਨਾਮ ਦਾ ਉਪਦੇਸ਼ ਦਿੱਤਾ, ਸੁਖੀ ਕੀਤਾ। ਥਾਂ ਥਾਂ ਬਾਬਾ ਨਾਨਕ ਗਿਆ। ਵੱਡੇ ਵੱਡੇ ਰਾਜੇ ਸੱਜਣ ਠੱਗ ਵਰਗੇ ਉਹਨਾਂ ਨੂੰ ਨਾਮ ਦਾ ਸਿੱਟਾ ਦੇ ਕੇ ਸੰਸਾਰ ਦਾ ਭਲਾ ਕੀਤਾ ਹੈ। ਆਓ ਸਮਾਂ ਹੋ ਗਿਆ ਹੈ, ਇੱਥੋਂ ਜਦੋਂ ਆਪਾਂ ਪ੍ਰਸੰਗ ਛੱਡਿਆ ਹੈ ਕੱਲ੍ਹ ਨੂੰ ਇੱਥੋਂ ਹੀ ਫੇਰ ਸ਼ੁਰੂ ਕਰਾਂਗੇ। ਆਓ ਧਾਰਨਾ ਪੜ੍ਹੀਏ, ਉਸ ਤੋਂ ਬਾਅਦ ਫਿਰ ਨਾਮ ਸਾਹਿਬ ਦਾ ਪਾਠ ਕਰੀਏ। ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ